ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮੈਂ ਰਣਵੀਰ ਸੰਧੂ, ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਲਾਈਵ। ਸਾਡਾ ਇਹ ਮੰਚ ਹਮੇਸ਼ਾ ਸਟੂਡੈਂਟ ਨਾਲ ਜੁੜਿਆ ਹੈ, ਉਹਨਾਂ ਨਿਯਮ ਕਾਨੂੰਨ ਨਾਲ ਜੁੜਿਆ ਹੈ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਘੜੇ ਜਾਂਦੇ ਨੇ ਔਰ ਲਾਗੂ ਭਾਰਤ 'ਚ ਹੁੰਦੇ ਨੇ, ਔਰ ਲਾਗੂ ਕਰਨ ਦੇ ਵਿੱਚ ਸਾਡੇ ਕੰਸਲਟੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ। ਉਹ ਦੱਸਦਾ ਕਿ ਕੈਨੇਡਾ ਦਾ ਕੀ ਕਾਨੂੰਨ ਹੈ, ਆਸਟ੍ਰੇਲੀਆ ਦਾ ਕੀ ਕਾਨੂੰਨ ਹੈ, ਨਿਊਜ਼ੀਲੈਂਡ ਦਾ ਕੀ ਕਾਨੂੰਨ ਹੈ। ਉਸ ਕਾਨੂੰਨ ਨੂੰ ਫੋਲੋ ਕਰਦੇ ਕਰਦੇ ਅਸੀਂ ਫਾਈਲ ਲਾਉਂਦੇ ਹਾਂ, ਵੀਜ਼ਾ ਲੈਂਦੇ ਹਾਂ ਅਤੇ ਵਿਦੇਸ਼ ਚਲੇ ਜਾਂਦੇ ਹਾਂ। ਪਰ ਇਹ ਮੈਂ 30 ਸੈਕਿੰਡ 'ਚ ਜਿਹੜਾ ਪ੍ਰੋਸੈਸ ਦੱਸਿਆ, ਇੰਨਾ ਸੌਖਾ ਨਹੀਂ, ਇੰਨਾ ਈਜ਼ੀ ਨਹੀਂ। ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਇੱਕ ਸਟੂਡੈਂਟ ਕਰਦਾ ਹੈ। ਉਹ ਜਿਹੜੀਆਂ ਸਮੱਸਿਆਵਾਂ ਨੇ ਉਹ ਤੁਹਾਡੇ ਨਾਲ ਅਸੀਂ ਡਿਸਕਸ ਕਰਾਂਗੇ। ਸਾਡੇ ਨਾਲ CICC ਮੈਂਬਰ ਰਵੀ ਗਰਗ ਜੀ ਪਾਇਨਰ ਇਮੀਗ੍ਰੇਸ਼ਨ ਤੋਂ ਨੇ, ਉਹਨਾਂ ਦਾ ਸਵਾਗਤ ਕਰਾਂਗੇ ਅਤੇ ਆਪਣੇ ਜਿਹੜੇ ਸਵਾਲ ਨੇ ਉਹ ਲੜੀਦਾਰ ਇਹਨਾਂ ਦੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸੰਧੂ ਸਾਹਿਬ। ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪਹਿਲਾ ਮੇਰਾ ਇਹ ਸਵਾਲ ਹੈ ਕਿ ਜਦੋਂ ਬੱਚਾ ਤੁਹਾਡੇ ਕੋਲ ਆਉਂਦਾ ਹੈ, ਬੜੇ ਸਾਰੇ ਸਵਾਲ ਲੈ ਕੇ ਆਉਂਦਾ ਹੈ ਨਾ ਕਿ ਮੇਰੇ ਨੰਬਰ ਘੱਟ ਨੇ ਜੀ, ਮੇਰਾ ਗੈਪ ਹੋ ਗਿਆ ਜੀ, ਮੇਰੇ ਬੈਂਡ ਇੱਕ ਮੋਡਿਊਲ 'ਚ ਘੱਟ ਨੇ ਜੀ। ਕਈ ਵਾਰ ਚੰਗਾ ਕੰਸਲਟੈਂਟ ਉਹਨੂੰ ਸਲਾਹ ਦਿੰਦਾ ਹੈ ਕਿ ਤੂੰ ਦੁਬਾਰਾ ਆਇਲਸ ਕਰ ਲੈ, ਬਿਲਕੁਲ ਇੰਪਰੂਵਮੈਂਟ ਕਰ ਲੈ, ਆਹ ਕਰ ਲੈ, ਉਹ ਕਰ ਲੈ। ਜਦੋਂ ਕਿਸੇ ਹੋਰ ਕੋਲ ਚਲਾ ਜਾਂਦਾ ਉਹ ਕਹਿੰਦਾ ਵੀ ਨਹੀਂ ਨਹੀਂ ਕੋਈ ਗੱਲ ਨਹੀਂ, ਤੁਹਾਡਾ ਪ੍ਰਾਈਵੇਟ ਕਾਲਜ ਪਾ ਦੇਣਾ, ਤੁੱਕਾ ਮਾਰ ਕੇ ਦੇਖ ਲੈਣ, ਲੱਗ ਜੂ। ਔਰ ਬੱਚਾ ਵੀ ਮੰਨ ਜਾਂਦਾ ਹੈਗਾ, ਬਿਲਕੁਲ ਹੈ ਨਾ। ਇਹ ਜਿਹੜਾ ਰਿਸਕ ਹੈ ਇਹ ਕਿੰਨਾ ਕੁ ਸਹੀ ਹੈ, ਕਿੰਨਾ ਕੁ ਜਾਇਜ਼ ਹੈ ਕਿ ਬੱਚੇ ਨੂੰ ਐਫਰਟਸ ਕਰਕੇ ਚੰਗੇ ਤਰੀਕੇ ਨਾਲ ਫਾਈਲ ਲਾਣੀ ਚਾਹੀਦੀ ਹੈ, ਜਾਂ 5.5 ਪ੍ਰਾਈਵੇਟ ਕਾਲਜ ਫਲਾਣਾ ਢਿਮਕਾ ਜੋ ਗੱਲਾਂ ਹੁੰਦੀਆਂ ਅੱਜ ਕੱਲ੍ਹ, ਉਹ ਰਿਸਕ ਲੈ ਲੈਣਾ ਚਾਹੀਦਾ? ਦੇਖੋ, ਰਿਸਕ ਜਿਹੜਾ ਨਾ ਕਾਫੀ ਜ਼ਿਆਦਾ ਹਾਈ ਹੈਗਾ। ਪਹਿਲੀ ਗੱਲ ਕਿ ਵੀਜ਼ਾ ਨਹੀਂ ਲੱਗੂਗਾ, ਉਹਦੀ ਕ੍ਰਾਈਟੀਰੀਆ ਹੈਗਾ, ਐਡਮਿਸ਼ਨ ਕ੍ਰਾਈਟੀਰੀਆ, ਐਲੀਜੀਬਿਲਿਟੀ ਕ੍ਰਾਈਟੀਰੀਆ ਹੈਗਾ, ਤਰੀਕੇਵਾਰ ਕੰਮ ਹੈਗਾ, ਰੂਲ ਰੈਗੂਲੇਸ਼ਨ ਪੋਲਿਸੀਜ਼ ਹੈਗੀਆਂ ਨੇ ਜਿਹਦੇ ਤਹਿਤ ਇਹ ਸਾਰਾ ਕੰਮ ਹੁੰਦਾ ਹੈ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਦਾ। ਔਰ ਉਹੀ ਸਾਡਾ ਜਿਹੜਾ ਇੱਕ ਐਕਸਪਰਟ ਕੰਸਲਟੈਂਟ ਦਾ ਕੀ ਹੈ ਕਿ ਉਹੀ ਪੋਲਿਸੀ, ਗੌਰਮੈਂਟ ਦੀ ਪੋਲਿਸੀਆਂ, ਇੰਨੇ ਬੈਂਡ ਚਾਹੀਦੇ ਨੇ, ਇੰਨੇ ਨੰਬਰ ਚਾਹੀਦੇ ਨੇ, ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਰਿਕੁਆਇਰਮੈਂਟਸ, ਇਹ ਸਾਰਾ ਕੁਛ ਪੜ੍ਹਨਾ ਸਮਝਣਾ ਔਰ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਫਿਰ ਅੰਬੈਸੀ ਦੀ ਕੀ ਰਿਕੁਆਇਰਮੈਂਟਸ ਹੈ, ਕਿਹਨਾਂ ਦੇ ਵੀਜ਼ੇ ਆ ਰਹੇ। ਅੱਜ ਦੇ ਦਿਨ 5.5 ਬੈਂਡ ਵਾਲੇ ਦਾ ਅਗਰ ਆਪਾਂ ਫਾਈਲ ਲਾਈਏ ਅਤੇ ਰਿਫਿਊਜ਼ ਹੋਣ ਦੇ ਪੂਰੇ ਚਾਂਸ, ਅਤੇ ਫਿਰ ਉਹ ਲਾਉਣ ਦਾ ਫਾਇਦਾ ਕੀ? ਕਿਉਂਕਿ ਇਹ ਨਹੀਂ ਕਿ ਸਿਰਫ ਦੇਖੋ, ਇੱਕ ਤਾਂ ਵੀਜ਼ਾ ਰਿਫਿਊਜ਼ ਹੋਇਆ ਔਰ ਉਸ ਦੀ ਪ੍ਰੋਫਾਈਲ ਖਰਾਬ ਹੋਈ, ਦੁਬਾਰਾ ਭਾਵੇਂ ਚੰਗੇ, ਅਸੀਂ ਇਹ ਦੇਖਿਆ ਚੰਗੇ ਬੈਂਡਸ ਦੇ ਨਾਲ ਇੰਪਰੂਵਮੈਂਟ ਕਰਕੇ ਵੀ ਲਗਾਈਏ, ਤੇ ਕਿਉਂਕਿ ਪਿੱਛੇ ਰਿਫਿਊਜ਼ ਹੋ ਚੁੱਕਿਆ ਸੀ, ਮੋਹਰ ਤਾਂ ਲੱਗ ਗਈ ਨਾ ਕਿ ਰਿਫਿਊਜ਼ਲ ਦੀ ਕੈਟਾਗਰੀ ਚਲੇ ਗਏ ਨਾ ਇੱਕ ਵਾਰ। ਬਿਲਕੁਲ ਉਸ ਚੀਜ਼ ਦਾ ਇਫੈਕਟ ਨੈਗੇਟਿਵ ਪੈਂਦਾ ਹੈਗਾ। ਔਰ ਕਈ ਵਾਰੀ ਚੰਗਾ ਭਲਾ ਕੇਸ ਜਦੋਂ ਇੰਪਰੂਵਮੈਂਟ ਕਰਕੇ ਚੰਗਾ ਭਲਾ ਹੋ ਜਾਂਦਾ ਕੇਸ, ਤੇ ਪਹਿਲਾਂ ਕਿਉਂਕਿ ਮਾੜੇ ਤਰੀਕੇ ਨਾਲ ਲੱਗਿਆ ਸੀਗਾ ਉਹ ਰਿਫਿਊਜ਼ਲ ਹੋਈ ਸੀ, ਅਤੇ ਚੰਗੇ ਭਲੇ ਕੇਸ ਦੇ ਟਾਈਮ 'ਤੇ ਵੀ ਰਿਫਿਊਜ਼ਲ ਦੇ ਦਿੰਦੇ ਨੇ ਵੀਜ਼ਾ ਅਫੀਸਰ ਬਾਇਸਡ ਹੋ ਕੇ, ਜਾਂ ਇਹ ਸੋਚ ਕੇ ਕਿ ਪਿੱਛੇ ਵੀ ਜਿਹੜੀ ਰਿਫਿਊਜ਼ਲ ਹੋਈ ਸੀਗੀ, ਉਸ ਦੇ ਵਾਸਤੇ ਸਾਨੂੰ ਕਾਫੀ ਜ਼ਿਆਦਾ ਮਿਹਨਤ ਔਰ ਵੀਜ਼ਾ ਅਫਸਰ ਨੂੰ ਸਮਝਾਉਣਾ, SOP ਦੇ ਵਿੱਚ ਲਿਖਣਾ, ਇਹ ਸਾਰਾ ਬੜਾ ਕੇਅਰਫੁਲ ਹੋਣਾ ਪੈਂਦਾ। ਸੋ ਇਹ ਰਿਸਕ, ਫਿਰ ਉਹ ਟਾਈਮ ਵੀ ਖਰਾਬ ਹੋਣਾ ਔਰ ਇਹ ਪੈਸੇ ਵੀ ਖਰਾਬ ਹੋਣੇ, ਹਰ ਤਰ੍ਹਾਂ ਦਾ ਨੁਕਸਾਨ ਹੁੰਦਾ ਹੈਗਾ। ਇਹ ਕੁਛ ਤਾਂ ਕੰਸਲਟੈਂਟਸ ਦੀ ਨੌਲੇਜ ਨਹੀਂ ਹੁੰਦੀ ਅਗਰ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ, ਔਰ ਕੁਛ ਲਾਲਚ, ਇਹ ਸਾਰਾ ਜਿਹੜਾ ਮਿਸਗਾਈਡੈਂਸ ਦਾ ਕਾਰਨ। ਔਰ ਖ਼ਾਸ ਤੌਰ 'ਤੇ ਮੈਂ ਦੇਖਿਆ ਰੀਸੈਂਟਲੀ ਪਿਛਲੇ ਸਾਲ 1.5 ਸਾਲ ਦੇ ਵਿੱਚ ਇਹੋ ਜਿਹੇ ਕਾਲਜਿਸ ਦੇ ਵਾਸਤੇ ਅਪਲਾਈ ਕਰਨਾ ਵਿੱਚ ਜਿੱਥੇ ਪੜ੍ਹ ਕੇ ਵਰਕ ਪਰਮਿਟ ਨਹੀਂ ਮਿਲਣਾ, ਇਸ ਦੀ ਲਿਸਟ ਵੀ ਕਈ ਵਾਰ ਬੱਚਿਆਂ ਨੂੰ ਪਤਾ ਨਹੀਂ ਹੁੰਦੀ, ਕੰਸਲਟੈਂਟ ਨੂੰ ਉਹ ਕਹਿੰਦੇ ਜੀ ਵਰਕ ਪਰਮਿਟ ਮਿਲੂਗਾ, ਕਈ ਵਾਰ ਪੁੱਛਦੇ ਨਹੀਂ ਪੁੱਛਦੇ। ਅੰਡਰਸਟੂਡ ਹੈ ਕਿ ਉਸੇ ਕਾਲਜ ਵਿੱਚ ਭੇਜਣਾ ਚਾਹੀਦਾ ਕੰਸਲਟੈਂਟ ਨੂੰ ਜਿੱਥੇ ਪੜ੍ਹ ਕੇ ਵਰਕ ਪਰਮਿਟ ਮਿਲਣਾ ਹੈਗਾ, ਲੇਕਿਨ ਨਾ ਬੱਚੇ ਨੇ ਪੁੱਛਿਆ, ਨਾ ਕੰਸਲਟੈਂਟ ਨੇ ਦੱਸਿਆ, ਅਪਲਾਈ ਕਰਤਾ, ਜਾਂ ਬੱਚੇ ਨੇ ਪੁੱਛਿਆ ਵੀ ਤਾਂ ਉਹਨੂੰ ਗੋਲੀਆਂ ਪਾਤੀਆਂ ਕਿ ਜੀ ਇੱਦਾਂ ਹੁੰਦਾ ਹੈ ਕਿ ਉਹ ਕਾਲਜ ਟ੍ਰਾਂਸਫਰ ਹੋ ਜਾਏਗਾ, ਕਾਲਜ ਦੀ ਉਹ ਜਿਹੜਾ ਹੈ ਐਫੀਲੀਏਸ਼ਨ ਹੈਗੀ ਹੈ, ਇੱਦਾਂ ਕਰਕੇ ਕੁਝ DLI ਕਾਲਜ ਹੈਗਾ। DLI ਦਾ ਮਤਲਬ ਸਿਰਫ ਇੰਨਾ ਹੈਗਾ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਸਕਦਾ ਹੈਗਾ। ਸਾਰੇ DLI 10 ਚੋਂ 2 ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗੇ। ਇਸ ਦੀ ਲਿਸਟ, ਛੋਟੀ ਗੱਲ ਇਹ ਕਿ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਦੇਖੀ ਜਾ ਸਕਦੀ ਹੈਗੀ ਹੈ। ਗੂਗਲ ਦੇ ਉੱਪਰ ਲਿਖਣਾ DLI ਲਿਸਟ ਕੈਨੇਡਾ ਅਤੇ ਸਰਚ ਕਰਨੀ ਹੈ, ਅਤੇ ਜਿਹੜਾ ਅੰਬੈਸੀ ਦੀ ਵੈਬਸਾਈਟ 'ਤੇ ਉਸ ਪੇਜ 'ਤੇ ਚਲੇ ਜਾਣਾ ਜਿੱਥੇ ਇਹ ਸਾਰੀ ਲਿਸਟ ਦਿੱਤੀ ਹੈ। ਪ੍ਰੋਵਿੰਸ ਦਾ ਨਾਂ ਪੁੱਛੇਗਾ, ਉਹ ਪਾ ਕੇ ਕਾਲਜਿਸ ਦੀ ਲਿਸਟ ਆ ਜਾਏਗੀ, ਕਿਹੜੇ ਕਾਲਜ 'ਚ ਪੜ੍ਹ ਕੇ ਵਰਕ ਪਰਮਿਟ ਮਿਲਣਾ, ਕਿਹੜੇ 'ਚ ਨਹੀਂ ਮਿਲਣਾ। ਔਰ ਅਗਰ ਉਸ ਕਾਲਜ 'ਚ ਅਪਲਾਈ ਕੀਤਾ ਜਿੱਥੇ ਵਰਕ ਪਰਮਿਟ ਨਹੀਂ ਮਿਲਣਾ, ਅਤੇ ਵੀਜ਼ਾ ਦੇ ਚਾਂਸ ਬਹੁਤ ਲੋ ਜਾਂ ਨਹੀਂ ਮਿਲਣਾ। ਜੇ ਵੀਜ਼ਾ 10 ਚੋਂ 1 ਨੂੰ ਮਿਲਿਆ ਵੀ, ਅਤੇ ਉਹ ਸਾਰੀ ਫੀਸ ਪੇ ਕੀਤੀ ਹੋਈ ਬੇਕਾਰ ਜਾਣੀ ਹੈ, ਕਿਉਂਕਿ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਣਾ, ਔਰ ਵਰਕ ਪਰਮਿਟ ਨਹੀਂ ਹੈ ਅਤੇ ਐਕਸਪੀਰੀਅੰਸ ਦਾ ਕੋਈ ਮਤਲਬ ਹੀ ਨਹੀਂ ਹੈ, ਅਤੇ PR ਨਹੀਂ ਹੋਣੀ। ਔਰ ਜਾਂਦੇ ਸਾਰੇ 100 ਚੋਂ 100 ਜਿਹੜੇ 100% ਬੱਚੇ ਜਾਂਦੇ ਤਾਂ PR ਲੈਣੀ ਹੈ, ਸਾਰਿਆਂ ਨੂੰ ਪਤਾ ਹੈ।
ਸੋ ਇਹ ਚੀਜ਼ਾਂ ਦਾ ਕੋਈ ਮਤਲਬ ਹੀ ਨਹੀਂ। ਔਰ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰੀਏ, ਮੇਰੀ ਦੇਖ ਰੇਖ ਦੇ ਵਿੱਚ CICC ਮੈਂਬਰ ਕੈਨੇਡਾ ਦੀ ਅੰਬੈਸੀ ਦੀ ਵੈਬਸਾਈਟ 'ਤੇ ਨਾਮ 2003 ਤੋਂ ਕੰਪਨੀ 9 ਆਫਿਸ ਇੰਡੀਆ ਦੇ ਵਿੱਚ, ਹੈੱਡ ਆਫਿਸ ਚੰਡੀਗੜ੍ਹ, ਬਾਕੀ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, 2 ਆਫਿਸ ਕੈਨੇਡਾ ਦੇ ਵਿੱਚ ਪੂਰਾ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਬੱਚਿਆਂ ਦੇ ਫੇਵਰ ਔਰ ਕੇਅਰ ਵਾਸਤੇ ਹੁੰਦੀਆਂ ਨੇ। ਅਸੀਂ ਕਦੇ ਵੀ ਇਸ ਤਰ੍ਹਾਂ ਦਾ ਕੋਈ ਕਾਲਜ ਨਹੀਂ ਦਿੱਤਾ ਜਿਸ ਦੇ ਵਿੱਚ ਵਰਕ ਪਰਮਿਟ ਨਾ ਹੋਵੇ, ਨਾ ਆਫਟਰ ਵੀਜ਼ਾ ਚਾਰਜਿਸ ਵੀਜ਼ਾ ਜਾਂ ਪੈਕੇਜ ਕੇ ਜੀ ਵੀਜ਼ਾ ਤੋਂ ਬਾਅਦ ਅਸੀਂ ਫੀਸ ਲਵਾਂਗੇ, ਪਹਿਲਾਂ ਨਹੀਂ ਲਾਂਗੇ, ਕਿਉਂਕਿ ਇਹ ਚੀਜ਼ ਅੰਬੈਸੀ ਅਲਾਊਡ ਹੀ ਨਹੀਂ ਕਰਦੀ। ਔਰ ਇਹ ਸਾਰਾ ਜਿਹੜਾ ਹੈਗਾ ਜਿਹੜਾ ਬੜਾ ਧਿਆਨ ਨਾਲ ਸਮਝਦਾਰੀ ਨਾਲ ਜਿਹੜੀ ਚੀਜ਼ਾਂ ਅੰਬੈਸੀ ਅਲਾਊਡ ਨਹੀਂ ਕਰਦੀ, ਇਲੀਗਲ ਕੁਛ ਵੀ ਕਿ ਤੁਹਾਡੇ ਜਿਹੜੇ ਪੈਸੇ ਅਸੀਂ ਅਰੇਂਜ ਕਰ ਦਾਂਗੇ, ਪੈਸੇ ਅਸੀਂ ਪੇ ਕਰ ਦਾਂਗੇ, ਬਾਅਦ ਦੇ ਵਿੱਚ ਲਵਾਂਗੇ। ਔਰ ਫਾਈਨੈਂਸ ਦੇ ਵਿੱਚ ਬੜੇ ਸਾਰੇ ਲੋਕ ਇਹ ਕਹਿ ਦਿੰਦੇ ਜੀ, ਈਵਨ ਕੈਨੇਡਾ ਦੇ ਵਿੱਚ ਅੱਜ ਦੇ ਦਿਨ ਕੁਛ ਵੀ ਪੁਰਾਣੇ ਫੰਡਸ ਦਿਖਾਉਣ ਦੀ ਲੋੜ ਹੀ ਨਹੀਂ। 1 ਸਾਲ ਦੀ ਫੀਸ ਪੇ ਕਰਨੀ ਹੈ, GIC ਦੇ $10,000 ਕਰਨੇ ਆ, ਪੁਰਾਣੇ ਫੰਡਸ ਦੀ ਲੋੜ ਨਹੀਂ। ਅਤੇ ਇਹ ਕਹਿ ਕੇ ਕਿ ਪੁਰਾਣੇ ਫੰਡਸ ਨੇ ਉਹ ਪੈਸੇ ਵਗੈਰਾ ਚਾਰਜ ਕਰਦੇ ਨੇ। ਸੋ ਇਹ ਸਾਰੀਆਂ ਗਲਤ ਚੀਜ਼ਾਂ। ਇੱਕ ਹੋਰ ਬੜਾ ਮੁੱਦਾ ਜਿਹੜਾ ਰਿਫਿਊਜ਼ਲ ਕਰਵਾ ਰਿਹਾ ਔਰ ਨੁਕਸਾਨ ਕਰਵਾ ਰਿਹਾ, ਰਿਫਿਊਜ਼ਲ ਦਾ ਵਰਡ ਮੈਂ ਨਾ ਯੂਜ਼ ਕਰਾਂ, ਨੁਕਸਾਨ ਕਰਾ ਰਿਹਾ ਬਹੁਤ। ਨੁਕਸਾਨ ਇਹ ਹੈ ਕਿ ਜਦੋਂ ਅਸੀਂ ਸ਼ੋਅ ਸ਼ੁਰੂ ਕੀਤਾ 2008 ਦੇ ਵਿੱਚ ਤਾਂ 9 'ਚ SPP ਆ ਗਈ। ਬਿਲਕੁਲ। SPP ਜਦੋਂ ਆਉਂਦੀ ਹੈ ਮੇਰੇ ਖਿਆਲ 34-35 ਕਾਲਜਾਂ ਦੀ ਲਿਸਟ ਨਾਲ ਆਉਂਦੀ ਹੈ। ਬਿਲਕੁਲ। ਉਹ ਜਿਹੜੀ ਲਿਸਟ ਸੀ ਤਾਂ ਪੰਜਾਬ ਦੇ ਵਿੱਚ ਟਾਵੇਂ ਜੇ 10-15 ਕੰਸਲਟੈਂਟ ਸੀ ਜਿਨ੍ਹਾਂ ਦੇ ਟਾਈ ਅਪ ਹੁੰਦੇ ਸੀ, ਬਾਕੀ ਤਾਂ ਹੈ ਹੀ ਨਹੀਂ ਸੀ ਕਿਸੇ ਦੇ। ਬਿਲਕੁਲ। ਮੇਰੇ ਵਰਗਾ ਜਾਂਦਾ ਸੀਗਾ ਜੀ ਰੈੱਡ ਰਿਵਰ ਦੇ ਵਿੱਚ ਦਾਖਲਾ ਲੈਣਾ ਹੈ, ਵਾਟਰਲੂ 'ਚ ਲੈਣਾ, ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ। ਫਿਰ ਉਹ ਬੱਸ ਫੜ ਕੇ ਨਾ ਜਾਂ ਕਾਰ 'ਚ ਫਿਰੋਜ਼ਪੁਰ, ਜਲੰਧਰ ਪਹੁੰਚ ਜਾਂਦਾ ਸੀ, ਡਾਕਟਰ ਸਾਹਿਬ ਦੇ ਫਲਾਣੇ ਦਫ਼ਤਰ 'ਚ ਫਲਾਣੇ ਕਾਲਜ ਨਾਲ ਟਾਈ ਅਪ ਹੈ। ਬਿਲਕੁਲ। ਉਹ ਟਰੈਂਡ 3-4 ਸਾਲ ਬੜਾ ਚੱਲਿਆ, ਬੜੀ ਵੈਲਿਊ ਸੀ ਫਲਾਣੇ ਦਾ ਫਲਾਣੇ ਨਾਲ ਟਾਈ ਅਪ ਹੈ। ਹੌਲੀ ਹੌਲੀ ਕੀ ਹੋਇਆ, ਮੇਰੇ ਕੋਲ ਆਇਆ, ਮੇਰਾ ਟਾਈ ਅਪ ਤਾਂ ਨਹੀਂ, ਮੈਂ ਫਾਈਲ ਫੜ ਲੈਂਦਾ ਜੀ, ਭਾਵੇਂ ਡਾਕਟਰ ਸਾਹਿਬ ਨੂੰ ਦੇਣੀ ਪੈ ਜੇ। ਬਿਲਕੁਲ। ਫਿਰ ਉਸ ਤੋਂ ਬਾਅਦ ਇੱਕ ਟਰੈਂਡ ਸ਼ੁਰੂ ਹੁੰਦਾ ਹੈ, ਹੌਲੀ ਹੌਲੀ ਪੋਰਟਲ ਆ ਗਏ ਬਹੁਤ ਸਾਰੇ, ਉੱਥੇ ਅਪਲਾਈ ਕਰ ਦਿਓ। ਉਸ ਤੋਂ ਗਾਂਹ ਇੱਕ ਨਵੀਂ ਚੀਜ਼ ਆ ਗਈ, ਬੱਚਾ ਕਹਿੰਦਾ ਯਾਰ ਸਾਰਾ ਕੁਝ ਤਾਂ ਮੈਨੂੰ ਪਤਾ, ਮੈਂ ਹੀ ਕਰ ਲੈਂਦਾ। ਪਰ ਉਹ ਕਰਨ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਮਾੜਾ ਹੈ, ਅਵੇਅਰ ਹੋ, ਚੰਗੀ ਗੱਲ ਹੈ। ਬੱਚੇ ਦਾ ਫਾਈਨੈਂਸ਼ਲੀ ਫਾਇਦਾ ਕੀ ਹੈ ਇਹਦੇ ਵਿੱਚ ਆਪ ਕਰਨ 'ਚ? ਨੁਕਸਾਨ ਤਾਂ ਬਹੁਤ ਸਾਰੇ ਨੇ ਟੈਕਨੀਕਲੀ। ਬਿਲਕੁਲ। ਕਾਲਜ ਨੇ ਜਾਂ ਯੂਨੀਵਰਸਿਟੀ ਨੇ ਬੱਚੇ ਨੂੰ ਕਮਿਸ਼ਨ ਤਾਂ ਨਹੀਂ ਦੇਣੀ ਵਾਪਸ, ਤੇ ਬੱਚਾ ਕਿਉਂ ਕਰਦਾ ਇਸ ਚੀਜ਼? ਬਿਲਕੁਲ ਨਹੀਂ। ਦੇਖੋ, ਕਰਦੇ ਤਾਂ ਰੇਅਰ ਹੈ, 100 ਵਿੱਚੋਂ 1-2 ਹੀ ਕਰਦੇ ਨੇ, ਖਾਸ ਤੌਰ 'ਤੇ ਜਿਨ੍ਹਾਂ ਦੇ ਕੋਈ ਕੈਨੇਡਾ ਰਿਲੇਟਿਵ ਰਹਿੰਦੇ ਹੋਣ, ਉਹ ਕੁਛ ਗਾਈਡ ਕਰਦੇ ਨੇ, ਐਵੇਂ ਨਹੀਂ, ਐਵੇਂ ਕਰੀਏ, ਐਵੇਂ ਨਹੀਂ ਹੈ। ਜਾਂ ਬੱਚੇ ਜਿਹੜੇ ਨੇ ਕਈ ਵਾਰੀ ਆਪਣੇ ਆਪ ਨੂੰ ਜ਼ਿਆਦਾ ਜ਼ਰੂਰਤ ਨਾਲੋਂ ਵੱਧ ਸਮਝਦਾਰ ਸਮਝ ਲੈਂਦੇ ਨੇ। ਅਤੇ ਨਾਟ ਓਨਲੀ ਸਟੱਡੀ ਵੀਜ਼ਾ, ਕਈ ਤਰ੍ਹਾਂ ਦੀ ਜਿੰਨੀ ਵੀ ਕੈਟੇਗਰੀਜ਼ ਨੇ ਉਸ ਦੇ ਵਿੱਚ ਕਈ ਲੋਕ ਜਿਹੜੇ ਨੇ ਆਪਣੇ ਆਪ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਸ ਦੇ ਵਿੱਚੋਂ 10 ਵਿੱਚੋਂ 3 ਕਾਮਯਾਬ ਵੀ ਹੋ ਜਾਂਦੇ ਨੇ ਹਰ ਤਰੀਕੇ ਨਾਲ, ਕਿਉਂਕਿ ਹਰ ਚੀਜ਼ ਕੋਈ ਇੰਟਰਨੈਟ 'ਤੇ ਲਿਖੀ ਹੋਈ ਆ। ਕਈ ਕੁਛ ਨਹੀਂ, ਮੈਂ ਕਹਿੰਦਾ ਕਰਨ, ਮੈਂ ਇਸ ਮੁੱਦਾ ਸਵਾਲ ਤੁਹਾਨੂੰ ਤਾਂ ਪੁੱਛ ਰਿਹਾ ਕਿ ਮੈਨੂੰ ਪਤਾ ਹੈ ਕਿ ਜੇ ਮੈਂ ਡਾਕਟਰ ਸਾਹਿਬ ਕੋਲ ਜਾਊਂਗਾ, ਬਿਲਕੁਲ, ਉਹਦੀ ਕਮਿਸ਼ਨ ਦੇਣੀ ਹੈ ਕਾਲਜ ਨੇ, ਬਿਲਕੁਲ, ਉਹ ਡਾਕਟਰ ਸਾਹਿਬ ਨੂੰ ਆਣੀ ਹੈ $1,00,000 ਐਗਜ਼ਾਮਪਲ ਹੈ, 50,000, ਬਿਲਕੁਲ, ਮੈਂ ਕਿਉਂ ਨਾ ਲੈ ਲਾਂ? ਪਰ ਜਦੋਂ ਕਾਨੂੰਨ ਹੀ ਨਹੀਂ, ਪ੍ਰਾਵਧਾਨ ਨਹੀਂ ਕਿ ਬੱਚੇ ਨੂੰ ਤਾਂ ਮਿਲਣਾ ਨਹੀਂ, ਬਿਲਕੁਲ, ਕਦੇ ਵੀ ਨਹੀਂ, ਸਵਾਲ ਹੀ ਨਹੀਂ ਹੁੰਦਾ। ਬਿਲਕੁਲ ਇਸ ਚੀਜ਼ ਦਾ ਕੋਈ, ਕਿਉਂਕਿ ਸਾਨੂੰ ਦੇਖੋ, ਅਸੀਂ ਕਾਲਜਿਸ ਦੇ ਡਾਇਰੈਕਟ, ਜਿਸ ਤਰ੍ਹਾਂ ਤੁਸੀਂ ਦੱਸਿਆ, ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ, ਉਹਨਾਂ ਨੇ ਐਗਰੀਮੈਂਟ ਸਾਡੇ ਨਾਲ ਕਾਲਜ ਨਾਲ ਕੀਤੇ ਹੋਇਆ, ਔਰ ਇਹ ਜਿਹੜੇ ਨੇ ਸਰਟੀਫਿਕੇਟ ਦਿੱਤੇ ਹੋਏ ਐਫੀਲੀਏਸ਼ਨ ਦੇ ਅਤੇ ਰਿਪਰੈਜ਼ੈਂਟੇਟਿਵ ਹੋਣ ਦੇ, ਉਹ ਸਾਰੇ ਡਿਸਪਲੇ ਕੀਤੇ ਹੁੰਦੇ ਨੇ, ਔਰ ਤਾਂ ਉਹ ਸਾਨੂੰ ਦਿੰਦੇ ਨੇ। ਕਿਉਂਕਿ ਅਸੀਂ ਆਫਿਸਿਸ ਬੜੇ ਸਾਰੇ ਖੋਲ੍ਹਦੇ, ਇੰਨੇ ਸਾਰੇ ਸਟਾਫ ਮੈਂਬਰਸ, ਇੰਨੇ ਸਾਰੇ ਆਫਿਸਿਸ, ਔਰ ਉੱਥੇ ਦੇ ਸਾਰੇ ਆਫਿਸਿਸ ਦੇ ਖਰਚੇ ਅਸੀਂ ਕਰਨੇ ਹੁੰਦੇ ਨੇ। ਔਰ ਉੱਥੇ ਬੈਠ ਕੇ ਕਾਲਜਿਸ ਅਲੱਗ-ਅਲੱਗ ਸ਼ਹਿਰ ਦੇ ਵਿੱਚ ਆਫਿਸਿਸ ਨਹੀਂ ਖੋਲ੍ਹਦੇ, ਬਲਕਿ ਅਸੀਂ ਆਫਿਸ ਖੋਲ੍ਹੇ ਹੋਏ ਨੇ, ਸਾਨੂੰ ਰਿਪਰੈਜ਼ੈਂਟੇਟਿਵ ਬਣਾ ਦਿੰਦੇ ਆ। ਅਸੀਂ ਬੱਚੇ ਦਾ ਦੇਖਣਾ ਕਿ ਇਹਦਾ ਫਲਾਣੇ ਕਾਲਜ 'ਚ ਬਣਦਾ ਹੈ, ਐਲੀਜੀਬਿਲਿਟੀ ਬਣਦੀ ਹੈ, ਸੈਨਿਕਾ 'ਚ ਬਣਦੀ ਹੈ, ਸ਼ੈਰੀਡਨ 'ਚ ਬਣਦੀ ਹੈ, ਅੰਬਰ 'ਚ ਨਹੀਂ ਬਣਦੀ ਹੈ। ਇਹ ਸਾਰੀਆਂ ਗੱਲਾਂ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਰਿਕੁਆਇਰਮੈਂਟਸ ਨੂੰ, ਕੌਣ ਕਿੱਥੇ ਦੀ ਕਾਲਜ ਨੂੰ, ਕਿਹੜੇ ਕਾਲਜ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦਾ, ਉਸ ਨੂੰ ਉਸ ਤਰੀਕੇ ਨਾਲ ਦੱਸਣਾ। ਫਿਰ ਅੰਬੈਸੀ ਦੀ ਰਿਕੁਆਇਰਮੈਂਟ ਹੈਗੀ ਨਹੀਂ ਹੈਗੀ, ਉਹ ਸਾਰਾ ਉਸ ਦੇ ਨਾਲ ਅੰਬੈਸੀ ਨੂੰ ਫਿਰ ਵੀਜ਼ਾ ਲਗਵਾ ਕੇ ਬੱਚੇ ਨੂੰ ਉੱਥੇ ਪੜ੍ਹਨ ਵਾਸਤੇ ਭੇਜ ਦੇਣਾ। ਬੱਚੇ ਉੱਥੇ ਪੜ੍ਹਦੇ ਨੇ। ਇਹ ਸਾਰੀ ਮਿਹਨਤ ਦਾ ਸਾਨੂੰ ਦਿੱਤਾ ਜਾਂਦਾ ਹੈ ਕਿ ਆਫਿਸ ਦੇ ਖਰਚੇ ਕਾਲਜਿਸ, ਯੂਨੀਵਰਸਿਟੀਜ਼ ਦਿੰਦੇ ਨੇ। ਜਦੋਂ ਕਿਸੇ ਸਟੂਡੈਂਟ ਨੇ ਆਪਣੇ ਆਪ ਕਾਲਜ ਦੇ ਵਿੱਚ, ਯੂਨੀਵਰਸਿਟੀ 'ਚ ਐਡਮਿਸ਼ਨ ਕਰਵਾ ਲਈ, ਅਤੇ ਉਹਨਾਂ ਨੇ ਸਾਨੂੰ ਸਾਡੇ ਆਫਿਸਿਸ ਦੇ ਖਰਚੇ ਜਿਹੜੇ ਹੈ ਐਗਰੀਮੈਂਟ ਦੇ ਮੁਤਾਬਿਕ ਫਿਰ ਨਹੀਂ ਦੇਣੇ। ਔਰ ਜਦੋਂ ਸਾਨੂੰ ਨਹੀਂ ਦੇਣੇ, ਤਾਂ ਅਦਰਵਾਈਜ਼ ਕੀ ਹੈ ਕਿ ਅਸੀਂ ਅਗਰ ਐਡਮਿਸ਼ਨ ਵੀ ਕਰਵਾਉਂਦੇ ਹਾਂ, ਵੀਜ਼ਾ ਵੀ ਲਗਵਾਉਂਦੇ, ਸਾਰਾ ਪ੍ਰੋਸੈਸ ਅਸੀਂ ਕਰਨਾ ਹੈ। ਔਰ ਪਾਇਨੀਅਰ ਇਮੀਗ੍ਰੇਸ਼ਨ ਦੀ ਸਿਰਫ 2,000 ਫੀਸ ਹੈ। ਜ਼ਿਆਦਾਤਰ ਜਿਹੜੇ ਫਰੈਸ਼ ਕੇਸਿਸ, ਜਿਹੜੇ ਰਿਫਿਊਜ਼ਡ ਨਹੀਂ ਹੈਗੇ, ਅਗਰ ਰਿਫਿਊਜ਼ਡ ਹੋਣਗੇ ਤਾਂ ਉਹਦੀ 5-10 ਹਜ਼ਾਰ ਇੱਦਾਂ ਕੁਝ ਵਟਐਵਰ ਜਿਹੜੀ ਹੈ, ਕੁਛ ਅਲੱਗ-ਅਲੱਗ ਕਿੰਨੀਆਂ ਰਿਫਿਊਜ਼ਲਾਂ ਨੇ ਉਹਦੀ ਫੀਸ ਹੋ ਸਕਦੀ ਹੈ। ਲੇਕਿਨ ਅਦਰਵਾਈਜ਼ ਜਿਹੜੇ ਫਰੈਸ਼ ਕੇਸਿਸ ਨੇ, ਉਹਨਾਂ ਦੀ ਫੀਸ $2,000 ਸਿਰਫ ਕਾਗਜ਼ਾਂ ਦਾ ਖਰਚਾ ਹੈ। ਭਾਰਤੀ ਰੁਪਈਏ 2,000 ਬਸ, ਬਿਲਕੁਲ ਹੈ ਹੀ ਨਹੀਂ ਐਕਚੁਅਲੀ।
ਠੀਕ ਹੈ ਨਾ। $2000 ਕੀ ਹੈਗੇ ਸਮਝ ਲਓ, ਤੇ ਇੰਨੇ ਕਿਤੇ ਕਾਗਜ਼ ਕਾਲੇ ਹੋ ਜਾਂਦੇ, $30-35 ਫੋਟੋ ਸਟੇਟਾਂ ਕੱਢੋ, ਕਾਗਜ਼ ਕਾਲੇ ਕਰੋ, ਬਸ ਕਾਗਜ਼ਾਂ ਦਾ ਹੀ ਹੈਗਾ। ਕਿਉਂਕਿ ਉਹਦੇ ਵਿੱਚ ਵੀ ਹੈਗਾ ਕਿ ਜਿਹੜੇ ਵੀਕ ਕੇਸਿਸ ਹੁੰਦੇ ਨੇ ਉਹਨਾਂ ਦੀ ਰਿਫਿਊਜ਼ਲ ਹੋ ਜਾਂਦੀ ਹੈ, ਔਰ ਰਿਫਿਊਜ਼ਲ ਹੋ ਗਈ ਤੇ ਸਾਰੀ ਮਿਹਨਤ ਸਾਡੀ ਐਡਮਿਸ਼ਨ ਕਾਲਜ ਦੇ ਵਿੱਚ ਕਰਾਉਣੀ ਹੈਗੀ ਹੈ, ਕਾਉਂਸਲਿੰਗ ਕਰਨੀ ਹੈ, ਐਡਮਿਸ਼ਨ ਕਾਲਜ ਵਿੱਚ ਕਰਾਉਣੀ ਹੈ, ਫਾਈਲ ਤਿਆਰ ਕਰਨੀ ਹੈ, ਐਮਬੈਸੀ ਚਲਾਉਣੀ ਹੈ, ਔਰ ਸਾਰੀ ਕਮਿਊਨੀਕੇਸ਼ਨ ਗੱਲਬਾਤ ਸਾਰੀ ਹੈ, ਉਹ ਸਾਰਾ ਜਿਹੜਾ ਸਾਡੀ ਫਿਰ ਜੇ ਰਿਫਿਊਜ਼ਲ ਹੋ ਜੇ, ਫਿਰ ਬਾਅਦ ਦੇ ਵਿੱਚ ਜੇ ਕਿਸੇ ਦਾ ਰਿਫਿਊਜ਼ ਹੋ ਗਿਆ ਔਰ ਪੈਸੇ ਵਾਪਸ ਮੰਗਾਉਣੇ, ਰਿਫੰਡ ਦਾ ਵੀ ਇੱਕ ਕੰਪਲੀਕੇਟਡ ਪ੍ਰੋਸੈਸ ਹੈਗਾ, ਔਰ ਇੰਨਾ ਸਾਰਾ ਸਟਾਫ ਰੱਖਣਾ ਹੈਗਾ। ਸੋ ਇਹ ਜਿਹੜਾ ਹੈਗਾ ਤੁਹਾਨੂੰ ਸਟੂਡੈਂਟਸ ਨੂੰ ਫ੍ਰੀ ਤੁਹਾਨੂੰ ਇਹ ਸਰਵਿਸ ਮਿਲ ਜਾਂਦੀ, ਕਿਉਂਕਿ ਸਾਨੂੰ ਕਾਲਜਿਸ ਦਿੰਦੇ ਨੇ ਸਾਡੇ ਖਰਚੇ। ਅਗਰ ਤੁਸੀਂ ਐਡਮਿਸ਼ਨ ਔਰ ਆਪਣਾ ਪ੍ਰੋਸੈਸ ਆਪ ਕਰਦੇ ਹੈਗੇ ਹੋ, ਤੁਹਾਨੂੰ ਕੋਈ ਕਾਲਜ ਨੇ ਕੁਛ ਬੈਨੀਫਿਟ ਨਹੀਂ ਦੇਣਾ, ਬਲਕਿ ਇਹ ਸਾਰੇ ਜਿਹੜੇ ਨੇ ਸਭ ਕੁਝ ਤੁਹਾਨੂੰ ਕਰਨਾ ਪੈਣਾ। ਥੋੜ੍ਹੀ ਜਿਹੀ ਵੀ ਗਲਤੀ ਹੋਈ, ਆਫਟਰ ਆਲ ਐਕਸਪਰਟਸ ਨੇ ਸਾਡੀ ਵੈਬਸਾਈਟ pioneerimmigration.com 'ਤੇ ਇੱਕ ਟੈਬ ਹੈਗੀ ਹੈ ਵਾਈ ਹਾਇਰ ਐਕਸਪਰਟ, ਉਹ ਜ਼ਰੂਰ ਪੜ੍ਹਨਾ ਚਾਹੀਦਾ ਹੈਗਾ। ਔਰ ਮੇਰੇ ਇਹ ਸੋਚਣਾ ਹੈਗਾ ਕਿ ਐਕਸਪਰਟਸ ਨੂੰ ਸਾਨੂੰ 2003 ਤੋਂ ਕੰਪਨੀ ਇੰਨੇ ਸਾਲਾਂ 'ਚ ਹਜ਼ਾਰਾਂ ਕੇਸ ਦੇਖੇ, ਅਲੱਗ-ਅਲੱਗ ਕੇਸਿਸ ਦੀ ਅਲੱਗ-ਅਲੱਗ ਜਿਹੜੀ ਹੈਗੀ ਹੈ ਉਹ ਹੁੰਦੀ ਹੈ। ਫੋਰ ਐਗਜ਼ਾਮਪਲ ਕਿ ਕਿਸੇ ਨੇ ਨਾਨ ਮੈਡੀਕਲ +2 ਕੀਤਾ, ਮੈਥ ਦੇ ਵਿੱਚ ਨੰਬਰ ਘੱਟ ਹੈਗੇ ਨੇ, ਅਦਰਵਾਈਜ਼ ਮੈਥ ਜਿਹਦੇ ਕੋਲ ਹੈਗਾ ਉਸ ਨੂੰ ਇੰਜੀਨੀਅਰਿੰਗ ਦਾ ਕੋਰਸ ਦਿੱਤਾ ਜਾਂਦਾ ਹੈਗਾ, ਔਰ ਲੇਕਿਨ ਅਗਰ 50 ਤੋਂ ਘੱਟ ਨੇ ਮੈਥ ਦੇ ਵਿੱਚ ਨੰਬਰ, ਤੇ ਅਸੀਂ ਉਹ ਵਾਲਾ ਕੋਰਸ ਨਹੀਂ ਦਿੰਦੇ, ਸਿਰਫ ਇੰਗਲਿਸ਼ ਵਾਲਾ ਕੋਰਸ ਦਿੰਦੇ ਜਿਹਦੇ 'ਚ ਇੰਗਲਿਸ਼ ਦੀ ਰਿਕੁਆਇਰਮੈਂਟ ਹੈ, ਮੈਥ ਦੀ ਰਿਕੁਆਇਰਮੈਂਟ ਨਹੀਂ ਹੈ। ਸੋ ਇਹ ਚੀਜ਼ਾਂ ਦੀ ਜਿਹੜੀ ਡੂੰਘਾਈ ਹੈ, ਇੱਕ ਛੋਟੀ ਜਿਹੀ ਗੱਲ ਕੀਤੀ ਹੈ, ਅਦਰਵਾਈਜ਼ ਬਹੁਤ ਸਾਰੀਆਂ ਗੱਲਾਂ ਨੇ ਐਕਸਪਰਟਿਜ਼ ਦੀਆਂ ਜਿਹੜੀਆਂ ਕਿ ਸਟੂਡੈਂਟਸ ਜਾਂ ਆਮ ਬੰਦੇ ਨੂੰ ਨਹੀਂ ਪਤਾ ਹੁੰਦੀਆਂ, ਔਰ ਉਹ ਗਲਤੀ ਕੀਤੀ। ਔਰ ਗੱਲ ਇੱਕ ਬੜੀ ਅਨਫੋਰਚੂਨੇਟ ਚੀਜ਼ ਹੈ, ਮੈਂ ਇਹ ਗੱਲ ਕਰਦਾ ਪਿਆ ਜੀ ਕਿ ਜੀ ਉਹ ਮੈਥ ਦੇ ਵਿੱਚ +2 ਨਾਨ ਮੈਡੀਕਲ ਵਾਲੇ ਬੱਚੇ ਦੇ ਮੈਥ ਦੇ ਵਿੱਚ 100 ਦੇ ਵਿੱਚੋਂ 38 ਨੰਬਰ ਨੇ, 38 ਨੰਬਰ ਨੇ, ਅਤੇ ਉਹਦਾ ਵੀਜ਼ਾ ਇੰਜੀਨੀਅਰਿੰਗ ਵਾਲੇ ਕੋਰਸ ਦੇ ਵਿੱਚ ਬਹੁਤ ਘੱਟ ਚਾਂਸ ਹੋ ਜਾਂਦੇ, ਵੀਜ਼ਾ ਰਿਫਿਊਜ਼ ਹੋਣ ਦੇ ਪੂਰੇ ਚਾਂਸ ਹੈਗੇ। ਲੇਕਿਨ ਕਾਲਜ ਦੇ ਵਿੱਚ ਅਪਲਾਈ ਕਰੀਏ, ਉਹਨੇ ਆਫਰ ਲੈਟਰ ਦੇ ਦੇਣੀ ਹੈ, ਅਤੇ ਸਟੂਡੈਂਟਸ ਇਹ ਸੋਚਦੇ ਕਿ ਜਦੋਂ ਕਾਲਜ 'ਚ ਐਡਮਿਸ਼ਨ ਹੋ ਗਈ ਫਿਰ ਅੰਬੈਸੀ ਨੂੰ ਵੀਜ਼ਾ ਦੇਣ 'ਚ ਕੀ ਤਕਲੀਫ ਹੈ। ਲੇਕਿਨ ਜਿੰਨੇ ਵੀ ਰਿਫਿਊਜ਼ ਹੁੰਦੇ ਨੇ ਅੰਬੈਸੀ ਦੇ ਵਿੱਚ ਕੇਸਿਸ, ਉਹਨਾਂ ਨੇ ਆਫਰ ਲੈਟਰ ਤਾਂ ਲਿੱਤੀ ਹੁੰਦੀ ਆਫਟਰ ਆਲ, ਅਤੇ ਜੇ ਕਾਲਜ 'ਚ ਐਡਮਿਸ਼ਨ ਹੋਣ ਨਾਲ ਹੀ ਵੀਜ਼ਾ ਲੱਗ ਜਾਏ ਫਿਰ ਰਿਫਿਊਜ਼ ਕਿਉਂ ਹੋਵੇ ਜੀ। ਸੋ ਇਹ ਜਿਹੜਾ ਹੈਗਾ ਇਹ ਐਕਸਪਰਟੀਜ਼ ਦਾ ਫਾਇਦਾ ਲੈਣਾ ਚਾਹੀਦਾ। ਡਾਕਟਰ ਸਾਹਿਬ ਨੇ ਇੱਕ ਪਿਛਲੇ ਵਾਰ ਵੀ ਕਿਹਾ ਸੀ ਕਿ ਵੀਡੀਓ ਚਲਾਓ, ਅਵੇਅਰ ਕਰੀਏ ਬੱਚਿਆਂ ਨੂੰ ਜੋ ਕੈਨੇਡੀਅਨ ਗੌਰਮੈਂਟ ਨੇ ਬਣਾਈ ਹੋਈ ਹੈ ਪ੍ਰੋਸੈਸ ਬਾਰੇ। ਇਸ ਤੋਂ ਇਲਾਵਾ ਬਹੁਤ ਸਾਰਾ ਵੀਜ਼ਾ ਸਕਸੈਸ ਰੇਟ, ਬਹੁਤ ਸਾਰੀਆਂ ਸਟੋਰੀਆਂ ਪਾਇਨੀਅਰ ਇਮੀਗ੍ਰੇਸ਼ਨ ਦੇ ਨੇ, ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਤੋਂ ਬਾਅਦ 2 ਮਿੰਟ ਦਾ ਸਮਾਂ ਸਾਡੇ ਕੋਲ ਬਚੂਗਾ। ਸੀ ਪਾਇਨੀਅਰ ਇਮੀਗ੍ਰੇਸ਼ਨ ਦੀਆਂ ਅਦਰ ਸਰਵਿਸਿਜ਼ ਕਿਹੜੀਆਂ ਹੈਗੀਆਂ, ਸਪਾਊਸ ਕੇਸ ਨੂੰ ਲੈ ਕੇ, PR ਨੂੰ ਲੈ ਕੇ, ਜਾਂ ਪੇਰੈਂਟਸ ਨੂੰ ਲੈ ਕੇ, ਜਾਂ ਬਾਕੀ ਕੰਟਰੀ ਦੇ ਕਿਹੜੀ ਸਰਵਿਸਿਜ਼ ਹੈ, ਉਹਦੇ ਬਾਰੇ ਚਰਚਾ ਕਰਾਂਗੇ ਇਹਨਾਂ ਕੁਝ ਬਾਈਟਸ ਤੋਂ ਬਾਅਦ। Hello everyone, this is Jashan from Khanna, and today I'm one of those luckiest ones who have gotten chance to speak in visa testimonial here. And about my academics, I've completed my +2 in 2018 in non-medical and I got 70%. And 2 months later, I appeared for my first ALSA exam. I've given 2 times and both of time I've gotten mesmerizing scores. First time 7.5 overall, not less than 6.5, and after 2 years my TRF got expired. Because of the financial constraints, I was not able to launch my file. Later in 2020 December, I again appeared, I again got 7.5, and after I have been visiting many of the consultants, but nobody has given me a good advice. And so I've gotten an advertisement. I was surfing internet and on Instagram. I've gotten a link and about the Ravi sir, and I visited here, and they have guided me very well. And one more thing, another consultants, they were just suggesting me one or two colleges, and Ravi sir had array of colleges to offer me. So I just have chosen the college that was available that time. My academics, I have gotten 70% in non-medical, and band score, as I just said, these were all good. My band score were very well. But the main concern was my gap, 3.5 years. That was to be justified in a very well way to get the visa. And the staff here and the Ravi sir especially, they have guided me very well. They have justified my gap in a very well manner. On the 10th of February this year, I've gotten my passport request. And today I'm here for the collection of my passport. You can see I have the stamp and having the 2 years visa with me. So anybody who is having the challenging profile, who want to have the visa like me, just must have their offices, any of the branch in Punjab. Thank you so much. I recently completed my senior secondary education. After that, I got 7 bands in my IELTS exam. Then someone suggested me about Pioneer Immigration, and I got a honor to meet Ravi Garg sir. He suggested me about Canadore College, and he suggested me to select computer system networking technician course.
and now I got my visa. Thank you, Ravi Garg and staff. My name is Gursevak Singh. मैं अपनी वाइफ का वीज़ा फाइल पैनीर इमिग्रेशन तो लवाई थी रवि साहब ने मिल के ਤੇ ਮੇਰਾ ਵੀ 2 ਸਾਲ ਬਾਅਦ ਸਪਾਊਸ ਵੀਜ਼ਾ ਆਇਆ ਤੇ ਮੈਂ ਰਵੀ ਸਰ ਦਾ ਬਹੁਤ ਧੰਨਵਾਦ ਕਰਦਾ ਤੇ ਮੇਰਾ 2 ਸਾਲ ਬਾਅਦ ਸਟੈਂਪ ਲੱਗ ਕੇ ਵੀਜ਼ਾ ਆਇਆ। Hi, my name is Inderjeet Singh. I did my BTech in 2012. I had a gap of more than 6 years. I got my IELTS band in about 7 bands in IELTS, and then I visited this Pioneer Immigration, and they totally assured me that I will definitely get my visa. I'm very thankful for Ravi sir. Now I got my admission in Conestoga College in computer application development, and I'm very thankful for Pioneer Immigration. ਮੇਰਾ ਨਾਮ ਨਾਗਰ ਸਿੰਘ ਹੈ ਤੇ ਮੈਂ ਬੇਸਿਕਲੀ ਜ਼ੀਰੇ ਤੋਂ ਬਿਲੋਂਗ ਕਰਦਾ ਜੋ ਕਿ ਇੱਕ ਛੋਟਾ ਜਿਹਾ ਸ਼ਹਿਰ ਹੈ। ਕੁਝ ਮਹੀਨੇ ਪਹਿਲਾਂ ਮੈਂ ਆਪਣਾ ਆਇਲਟਸ ਦਾ ਟੈਸਟ ਜੋ ਸੀ ਉਹ ਦਿੱਤਾ ਤੇ ਉਸ ਵਿੱਚ ਮੈਂ ਓਵਰਆਲ 7 ਬੈਂਡ ਸਕੋਰ ਕੀਤੇ। ਦੈਨ ਉਸ ਤੋਂ ਬਾਅਦ ਮੇਰੇ ਅੱਗੇ ਸਭ ਤੋਂ ਵੱਡਾ ਸਵਾਲ ਸੀ ਕਿ ਹੁਣ ਮੈਂ ਆਪਣੀ ਜੋ ਸਟੱਡੀ ਦੀ ਫਾਈਲ ਲਿਖਾਉਣੀ ਹੈ, ਜੋ ਆਪਣੀ ਐਪਲੀਕੇਸ਼ਨ ਵੀਜ਼ਾ ਲਈ ਪਾਉਣੀ ਹੈ, ਤਾਂ ਕਿਹੜੇ ਕੰਸਲਟੈਂਟ ਕੋਲ ਜਾਵਾਂ। ਦੈਨ ਮੇਰੀ ਸਿਸਟਰ ਜੋ ਕਿ ਆਲਰੇਡੀ ਕੈਨੇਡਾ ਦੇ ਵਿੱਚ ਨੇ, ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਪਾਇਓਨੀਅਰ ਇਮੀਗ੍ਰੇਸ਼ਨ ਦੇ ਵਿੱਚ ਜਾਣ ਲਈ, ਕਿਉਂਕਿ ਕੁਝ ਸਮਾਂ ਪਹਿਲਾਂ ਉਹਨਾਂ ਨੇ ਵੀ ਆਪਣੇ ਜੋ ਫਾਈਲ ਸੀ ਇੱਥੋਂ ਹੀ ਸਬਮਿਟ ਕਰਵਾਈ ਸੀ ਤੇ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਆਇਆ ਸੀ। ਸੋ ਦੈਨ ਉਸ ਤੋਂ ਬਾਅਦ ਮੈਂ ਫਿਰੋਜ਼ਪੁਰ ਬ੍ਰਾਂਚ ਦੇ ਵਿੱਚ ਆਇਆ, ਜਿੱਥੇ ਮੈਨੂੰ ਬਹੁਤ ਵਧੀਆ ਗਾਈਡੈਂਸ ਮਿਲੀ। ਜਿੱਥੇ ਮੈਨੂੰ ਲੱਗਾ ਕਿ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਦਿੱਕਤ ਆ ਰਹੀ ਹੈ, ਤਾਂ ਉਸ ਸਮੇਂ ਰਵੀ ਸਰ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਮੇਰੀਆਂ ਸਾਰੀ ਜੋ ਪ੍ਰੋਬਲਮ ਸੀਗੀਆਂ ਉਹਨਾਂ ਦਾ ਸੋਲਿਊਸ਼ਨਸ ਮੈਨੂੰ ਦਿੱਤੇ। ਦੈਨ ਕੁਝ ਸਮੇਂ ਬਾਅਦ ਅੱਜ ਮੇਰਾ ਵੀਜ਼ਾ ਜੋ ਹੈ ਸਟੈਂਪ ਹੋ ਕੇ ਆ ਚੁੱਕਾ ਹੈ ਤੇ ਮੈਂ ਬਹੁਤ ਖੁਸ਼ ਹਾਂ। ਥੈਂਕ ਯੂ ਸਰ। ਸੋ ਮੁਬਾਰਕਾਂ ਜੀ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ, ਚੰਗਾ ਤਜਰਬਾ ਉਹਨਾਂ ਦਾ ਰਿਹਾ ਜਿਹੜਾ ਪਾਈਨਰ ਦੇ ਨਾਲ ਉਹ ਸਾਡੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਮੁਬਾਰਕਾਂ। ਡਾਕਟਰ ਸਾਹਿਬ ਸ਼ੁਰੂਆਤ ਕਰੀਏ। 2 ਮਿੰਟ ਦਾ ਸਮਾਂ, ਮੈਂ ਲੰਮਾ ਟਾਈਮ ਨਹੀਂ ਆਪਣੇ ਕੋਲ ਇਸ ਵਕਤ ਕਿਉਂਕਿ ਅੱਜ ਬਾਈਟਾਂ ਲੰਮੀਆਂ ਸੀਗੀਆਂ। ਤੁਹਾਡੇ ਵੱਲੋਂ ਕੈਨੇਡਾ ਸਟੱਡੀ ਵੀਜ਼ਾ ਹੈਗਾ, ਸਪਾਊਸ ਹੈ, ਪੇਰੈਂਟਸ ਲਈ ਇਨਵੈਸਟਮੈਂਟ ਹੈ, PR ਹੈ, ਬਾਕੀ ਕੈਟਾਗਰੀਆਂ PNPs ਹੈਗੀਆਂ, ਇਹਨਾਂ ਦੇ ਨਾਲ ਕੈਨੇਡਾ ਤੋਂ ਇਲਾਵਾ ਬਾਕੀ ਕਿਹੜੇ ਦੇਸ਼ ਕਰਦੇ? ਆਸਟ੍ਰੇਲੀਆ ਅਸੀਂ ਇਸ ਵਕਤ ਕਰਦੇ ਪਏ ਹੈਗੇ ਹਾਂ। ਔਰ ਆਸਟ੍ਰੇਲੀਆ ਦੇ ਵਿੱਚ ਜਿਸ ਤਰ੍ਹਾਂ ਮੈਂ ਕੈਨੇਡਾ ਵਾਸਤੇ ਹਰ ਇੱਕ ਕੰਟਰੀ ਦੇ ਅਲੱਗ ਆਥੋਰਾਈਜੇਸ਼ਨਸ ਹੁੰਦੀਆਂ ਨੇ, ਜਿਸ ਤਰ੍ਹਾਂ ਕਿ ਕੈਨੇਡਾ ਦੇ ਵਾਸਤੇ CICC ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਜਿਹੜਾ ਹੈ ਉਸ ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ਡ ਨੇ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਦੇਖ ਸਕਦੇ ਹਾਂ, CICC ਦੀ ਵੈਬਸਾਈਟ ਹੈਗੀ, ਉਸ 'ਤੇ ਦੇਖਿਆ ਜਾ ਸਕਦਾ ਹੈਗਾ। ਅਤੇ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੀ ਜਿਹੜੀ ਹੈ ਲੀਗਲੀ ਆਥੋਰਾਈਜ਼ਡ ਬਾਈ ਆਸਟ੍ਰੇਲੀਅਨ ਅੰਬੈਸੀ, ਆਸਟ੍ਰੇਲੀਅਨ ਗੌਰਮੈਂਟ ਜਿਹੜੇ ਹੁੰਦੇ ਨੇ ਮਾਰਾ ਮੈਂਬਰ ਜਾਂ ਮਾਰਾ ਏਜੰਟ। ਸੋ ਡਾਕਟਰ ਗਗਨਦੀਪ ਕੌਰ ਜੱਜੀ ਮੇਰੇ ਕਲਾਸ ਫੈਲੋ ਸੀਗੇ ਔਰ ਆਸਟ੍ਰੇਲੀਅਨ ਸਿਟੀਜ਼ਨ ਨੇ, ਔਰ ਉਹ ਜਿਹੜੇ ਨੇ ਮਾਰਾ ਮੈਂਬਰ ਨੇ ਜਿਹੜੇ ਤੁਹਾਡੇ ਸੋਚ ਵੀ ਆਏ ਨੇ ਬਿਲਕੁਲ ਅੱਗੇ ਪਹਿਲਾਂ ਸਾਡੇ ਜਿਹੜਾ ਹੈ ਵੈਬਸਾਈਟ 'ਤੇ ਔਰ ਸਾਰਾ ਫੇਸਬੁੱਕ, ਇੰਸਟਾਗ੍ਰਾਮ, YouTube 'ਤੇ ਸੰਧੂ ਸਾਹਿਬ ਦੇ ਨਾਲ ਪਹਿਲਾਂ ਸ਼ੋਅ ਕੀਤਾ ਸੀਗਾ ਔਰ ਡਾਕਟਰ ਗਗਨਦੀਪ ਕੌਰ ਜੱਜੀ ਆਏ ਸੀਗੇ ਸ਼ੋਅ 'ਤੇ। ਪਹਿਲਾਂ ਗੱਲਬਾਤ ਬੜੀ ਡਿਟੇਲ ਵਿੱਚ ਹੋਈ ਸੀਗੀ। ਉਹ ਆਸਟ੍ਰੇਲੀਆ ਦਾ ਸਾਰਾ ਜਿਹੜਾ ਖਾਸ ਤੌਰ 'ਤੇ ਸਟੱਡੀ ਵੀਜ਼ਾ ਔਰ ਹੋਰ ਵੀ ਸਾਰੇ ਜਿਹੜੇ ਆ ਆਸਟ੍ਰੇਲੀਆ ਦੇ ਵੀਜ਼ੇ ਖੁਦ ਆਪਣੀ ਦੇਖ ਦੇ ਵਿੱਚ ਦੇਖਦੇ ਨੇ। ਇਸ ਦੇ ਇਲਾਵਾ ਜਿਸ ਤਰ੍ਹਾਂ ਸੰਧੂ ਸਾਹਿਬ ਤੁਸੀਂ ਦੱਸਿਆ, ਸਟੱਡੀ ਵੀਜ਼ਾ ਕੈਨੇਡਾ ਦਾ ਬਹੁਤ ਜ਼ਿਆਦਾ ਇਸ ਵਕਤ ਉਹਨਾਂ ਦਾ ਪ੍ਰੈਫਰਡ ਹੈਗਾ, ਕੈਨੇਡਾ ਅੰਬੈਸੀ ਦਾ, ਉਹ ਬਹੁਤ ਜ਼ਿਆਦਾ ਸਟੂਡੈਂਟਸ ਜਾਂਦੇ ਨੇ। ਸੁਪਰ ਵੀਜ਼ਾ, ਸਪਾਊਸ ਵੀਜ਼ਾ, ਜਿਹੜੇ ਓਪਨ ਵਰਕ ਪਰਮਿਟ ਦਾ ਜਿਹੜਾ ਹੈਗਾ ਕੇਸਿਸ ਹੁੰਦੇ ਨੇ। ਔਰ ਕੈਨੇਡਾ ਦੇ ਵਿੱਚ 2 ਆਫਿਸਿਸ ਜਿਹੜੇ ਸਟੱਡੀ ਪਰਮਿਟ ਐਕਸਟੈਂਸ਼ਨ, ਪੋਸਟ ਗ੍ਰੈਜੂਏਟ ਵਰਕ ਪਰਮਿਟ, ਔਰ ਬੱਚੇ ਜਿਹੜੇ ਕੈਨੇਡਾ ਦੇ ਵਿੱਚ ਹੁੰਦੇ ਨੇ ਉਹਨਾਂ ਦੀ PR ਦੀ ਫਾਈਲਾਂ ਲਾਉਣੀਆਂ, ਸਿਟੀਜ਼ਨਸ਼ਿਪ ਜਿਹੜੇ PR ਹੋ ਜਾਂਦੇ ਨੇ ਫਿਰ ਉਹ ਸਿਟੀਜ਼ਨਸ਼ਿਪ ਦੀ ਫਾਈਲਾਂ ਲਵਾਉਂਦੇ ਨੇ। ਸੋ ਇਹ ਕਾਫੀ ਸਾਰੇ ਜਿਹੜੇ ਕੇਸਿਸ ਅਸੀਂ ਕਰਦੇ ਹੈਗੇ ਹਾਂ ਸਾਡੇ ਆਫਿਸਿਸ ਦੇ ਵਿੱਚ। 70613 ਔਰ ਫੇਸਬੁੱਕ, ਇੰਸਟਾਗ੍ਰਾਮ, YouTube 'ਤੇ ਕੰਟੈਕਟ ਨੰਬਰ ਅਲੱਗ-ਅਲੱਗ ਆਫਿਸਿਸ ਦੇ ਹੈਗੇ ਨੇ, ਤੁਸੀਂ ਉੱਥੋਂ ਲੈ ਕੇ ਫੋਨ ਕਰਕੇ ਗੱਲਬਾਤ ਕਰਕੇ ਪਤਾ ਕਰ ਸਕਦੇ। ਸ਼ੁਕਰੀਆ ਤੁਸੀਂ ਸਟੂਡੀਓ 'ਚ ਆਏ ਔਰ ਉਮੀਦ ਕਰਾਂਗੇ ਅੱਜ ਦਾ ਸ਼ੋਅ ਵੀ ਉਹਨਾਂ ਵਿਦਿਆਰਥੀ ਨੂੰ ਲਾਹੇਵੰਦ ਹੈ ਜਿਨ੍ਹਾਂ ਨੇ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ ਜਾਂ ਕਿਸੇ ਵੀ ਵੀਜ਼ਾ ਦੇ ਉੱਪਰ ਆਪਣੀ ਕੋਈ ਸਲਾਹ ਲੈਣੀ ਹੈ। ਵਧੇਰੇ ਜਾਣਕਾਰੀ ਲਈ ਪਾਇਨਰ ਇਮੀਗ੍ਰੇਸ਼ਨ ਦੇ ਨਾਲ ਤੁਸੀਂ ਜੁੜੇ ਰਹੋ। ਆਪਣੇ ਦੋਸਤ ਰਣਵੀਰ ਸਿੰਘ ਨਾਗੇ ਤੋਂ ਧੰਨਵਾਦ। ਸਤਿ ਸ਼੍ਰੀ ਅਕਾਲ।